ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਨਾਨਕ ਸਿੰਘ ਜੀ ਲਾਇਲਪੁਰ ਤੋਂ ਨਿਰੰਕਾਰ ਦੇ ਹੁਕਮ ਅਨੁਸਾਰ ਭਜਨਗੜ੍ਹ ਤਹਿਸੀਲ ਦਿਆਲਪੁਰ ਪਹੁੰਚੇ। ਸਾਵਨ ਦੀ ਪਹਿਲੀ ਨੂੰ ਸੰਤ ਅਨੂਪ ਸਿੰਘ ਜੀ ਦੀ ਬਰਸੀ ਸੀ। ਸੰਤ ਬਚਨ ਸਿੰਘ ਜੀ ਬਹੁਤ ਭਾਰੀ ਜੋੜ ਮੇਲਾ ਕਰਦੇ ਸੀ, ਜਿੱਥੇ ਹੋਰ ਵੀ ਬਹੁਤ ਸਾਰੇ ਸਾਧੂ ਮਹਾਂਪੁਰਖ ਇਕੱਤਰ ਹੋਏ। 3 ਦਿਨ ਬਹੁਤ ਹੀ ਕਥਾ ਕੀਰਤਨ ਅਤੇ ਅਖੰਡ ਪਾਠ ਦਾ ਪ੍ਰਵਾਹ ਚੱਲਿਆ। ਬਾਬਾ ਨਾਨਕ ਸਿੰਘ ਜੀ ਨੇ ਕੀਰਤਨ ਸਮੇਂ ਦੀਵਾਨ ਵਿੱਚ ਆਉਣਾ, ਬਾਕੀ ਸਮਾਂ ਹੋਰ ਕਿਤੇ ਬਾਹਰ ਜੰਗਲ ਵਿੱਚ ਬਿਤਾਉਣਾ। ਕਿਸੇ ਤੋਂ ਕੁਝ ਮੰਗਣਾ ਨਹੀਂ, ਕੋਈ ਸਵਾਲ ਨਹੀਂ ਪਾਉਣਾ, ਕਿਸੇ ਨਾਲ ਬੋਲਣਾ ਨਹੀਂ, ਕਿਸੇ ਦੀ ਨਿੰਦਿਆ ਨਾ ਸੁਣਨੀ ਤੇ ਨਾ ਹੀ ਕਰਨੀ, ਕਿਸੇ ਮਨੁੱਖ ਨੂੰ ਨਾ ਚੰਗਾ ਕਹਿਣਾ ਤੇ ਨਾ ਹੀ ਮੰਦਾ। ਹਰ ਵਕਤ ਨਿਰੰਕਾਰ ਦੇ ਰੰਗ ਵਿੱਚ ਮਸਤ ਰਹਿਣਾ। ਇਹ ਅਵਸਥਾ ਨੂੰ ਜੋ ਵੀ ਸਿਆਣੇ ਪੁਰਸ਼ ਤੱਕਦੇ ਹਨ, ਹੈਰਾਨ ਹੁੰਦੇ ਹਨ ਕਿ ਇੱਥੇ ਜੋ ਵੀ ਸੰਤ ਮਹਾਤਮਾ ਆਉਂਦਾ ਹੈ, ਪਹਿਲੇ ਰਿਹਾਇਸ਼ ਦਾ ਪ੍ਰਬੰਧ ਕਰਾਉਂਦਾ ਹੈ, ਫਿਰ ਪ੍ਰਸ਼ਾਦ ਦਾ ਸਵਾਲ ਪਾਉਂਦਾ ਹੈ। ਪਰ ਇਹ ਮਹਾਂਪੁਰਖ ਨਵੇਂ ਹੀ ਦੇਖੇ ਹਨ, ਜੋ ਕਿ ਦੀਵਾਨ ਦੇ ਸਮੇਂ ਸਤਸੰਗ ਵਿੱਚ ਜੁੜਦੇ ਹਨ ਅਤੇ ਕਿਸੇ ਨੂੰ ਵੀ ਸਵਾਲ ਨਹੀਂ ਪਾਉਂਦੇ। ਬਹੁਤ ਬੇਪਰਵਾਹ ਹਨ, ਮਗਰ ਇਹ ਵੀ ਪਤਾ ਨਹੀਂ ਕਿ ਕਿੱਥੋਂ ਆਉਂਦੇ ਹਨ ਅਤੇ ਕਿੱਥੇ ਚਲੇ ਜਾਂਦੇ ਹਨ। ਇਹ ਚਰਚਾ ਸਾਰੇ ਇੱਥੇ ਰਹਿਣ ਵਾਲੇ ਮਹਾਂਪੁਰਖ ਸੰਤ ਬਚਨ ਸਿੰਘ ਜੀ ਅਤੇ ਹੋਰ ਆਏ ਸੰਤਾਂ ਵਿੱਚ ਵੀ ਹੋਈ। ਪਰ ਜੋ ਵੀ ਸੁਣਦਾ ਹੈ ਹੈਰਾਨ ਹੁੰਦਾ ਹੈ। ਚਿਹਰੇ ਤੇ ਜਲਾਲ ਇਤਨਾ ਹੈ ਕਿ ਪੁੱਛਣ ਦੀ ਜ਼ਰੂਰਤ ਨਹੀਂ ਪੈਂਦੀ। ਜੋ ਦਰਸ਼ਨ ਕਰਦਾ ਹੈ ਉਸ ਦੇ ਮਨ ਨੂੰ ਠੰਡ ਪੈ ਜਾਂਦੀ ਹੈ। ਇਹ ਕੌਤਕ ਤੱਕ ਕੇ ਸਰਦਾਰ ਹੁਕਮ ਸਿੰਘ ਜੀ ਰਈਸ, ਜੋ ਕਿ ਕਈਆਂ ਪਿੰਡਾਂ ਦੇ ਮਾਲਕ ਹਨ, ਜਿਨ੍ਹਾਂ ਨੂੰ ਨਿਰੰਕਾਰ ਨੇ ਸਭ ਪਦਾਰਥ ਬਖਸ਼ੇ ਹਨ, ਦੁਨੀਆ ਦੇ ਕਿਸੇ ਪਦਾਰਥ ਦੀ ਚਾਹ ਨਹੀਂ ਰੱਖਦੇ, ਸੰਤ ਸੇਵੀ ਹਨ। ਇਹਨਾਂ ਦੇ ਦਿਲ ਵਿੱਚ ਪਿਆਰ ਦੀ ਛਲ ਆਈ ਅਤੇ ਬੇਨਤੀ ਕੀਤੀ, ਮਹਾਰਾਜ ਆਪ ਜੀ ਕਿੱਥੋਂ ਆਏ ਹੋ? ਹਜ਼ੂਰ ਬਾਬਾ ਨਾਨਕ ਸਿੰਘ ਜੀ ਨੇ ਕਿਹਾ, ਜਿੱਧਰੋਂ ਨਿਰੰਕਾਰ ਲੈ ਆਇਆ। ਅੱਗੋਂ ਕੁਝ ਬੇਨਤੀ ਕਰਨੀ ਚਾਹੁੰਦੇ ਹਨ, ਪਰ ਬਾਬਾ ਨਾਨਕ ਸਿੰਘ ਜੀ ਨੇ ਬਚਨ ਕੀਤਾ, ਗੁਰਮੁਖਾ ਦੀਵਾਨ ਵਿੱਚ ਗੱਲ ਨਾ ਕਰੋ, ਨਾਮ ਜਪੋ। ਇਹ ਹਜ਼ੂਰ ਬਾਬਾ ਨਾਨਕ ਸਿੰਘ ਜੀ ਦਾ ਬਚਨ ਸੁਣ ਕੇ ਚੁੱਪ ਕਰ ਗਏ, ਪਰ ਮਨ ਦੇ ਵਿੱਚ ਇੱਕ ਖਿੱਚ ਐਸੀ ਪੈਦਾ ਹੋ ਗਈ ਜਿਵੇਂ ਕਿਸੇ ਨੇ ਮਨ ਨੂੰ ਸੰਗਲ ਪਾ ਕੇ ਬੰਨ੍ਹ ਲਿਆ ਹੋਵੇ। ਸਰਦਾਰ ਨੇ ਮਨ ਨੂੰ ਐਸਾ ਬੈਰਾਗ ਹੋਇਆ, ਉਹ ਹੋਰ ਸਭ ਕੁਝ ਭੁੱਲ ਗਿਆ। ਇਹੋ ਹੀ ਤੱਕਦਾ ਰਿਹਾ ਕਿ ਬਾਬਾ ਨਾਨਕ ਸਿੰਘ ਜੀ ਕਦੋਂ ਦੀਵਾਨ ਵਿੱਚੋਂ ਉੱਠਣ ਤੇ ਪਤਾ ਕਰਾਂ ਕਿੱਥੇ ਜਾਂਦੇ ਹਨ। ਸੋ ਜਦੋਂ ਦੀਵਾਨ ਦੀ ਸਮਾਪਤੀ ਹੋਈ, ਸਾਰੀ ਸੰਗਤ ਆਪੋ ਆਪਣੇ ਅਸਥਾਨਾਂ ਤੇ ਪਹੁੰਚੀ। ਬਾਬਾ ਨਾਨਕ ਸਿੰਘ ਜੀ ਨਗਰ ਤੋਂ ਦੂਰ ਇੱਕ ਵਣ ਦਾ ਝੁੰਡ ਸੀ, ਉਸ ਵਿੱਚ ਪਹੁੰਚੇ। ਸਰਦਾਰ ਵੀ ਹੌਲੀ ਹੌਲੀ ਮਗਰ ਹੀ ਚਲਾ ਗਿਆ। ਪਾਸ ਜਾ ਕੇ ਮੱਥਾ ਟੇਕਿਆ। ਹਜ਼ੂਰ ਬਾਬਾ ਨਾਨਕ ਸਿੰਘ ਜੀ ਨੇ ਪੁੱਛਿਆ, ਗੁਰਮੁਖਾ ਕਿੱਥੋਂ ਆਇਆ ਹੈ? ਅੱਗੋਂ ਬੇਨਤੀ ਕੀਤੀ, ਜੀ ਦਾਸ ਦਾ ਨਾਮ ਹੁਕਮ ਸਿੰਘ ਹੈ, ਤੁਹਾਡੀ ਕਿਰਪਾ ਨਾਲ ਜਾਇਦਾਦ ਤਾਂ ਬਹੁਤ ਹੈ, ਲੋਕੀ ਰਈਸ ਕਹਿੰਦੇ ਹਨ। ਅੱਗੋਂ ਬਾਬਾ ਨਾਨਕ ਸਿੰਘ ਜੀ ਨੇ ਆਖਿਆ, ਕੁਛ ਨਿਤਨੇਮ ਵੀ ਕਰਦਾ ਹੁੰਦਾ ਹੈ? ਬੇਨਤੀ ਕੀਤੀ, ਜੀ ਨਿਤਨੇਮ ਤਾਂ ਜੋ ਆਪ ਹੁਕਮ ਕਰੋਗੇ ਕਰਾਂਗਾ, ਪਰ ਮਹਾਂਪੁਰਖ ਦੀ ਸੇਵਾ ਤੇ ਸੰਗਤ ਕਰਦਾ ਹਾਂ। ਹਜ਼ੂਰ ਬਾਬਾ ਨਾਨਕ ਸਿੰਘ ਜੀ ਨੇ ਬਚਨ ਕੀਤਾ ਕਿ ਹੁਕਮ ਸਿੰਘਾਂ, ਮਹਾਂਪੁਰਖਾਂ ਦੀ ਸੰਗਤ ਕਰਨੀ, ਸੇਵਾ ਕਰਨੀ, ਕੀਰਤਨ ਸੁਣਨਾ, ਕਥਾ ਕਰਨੀ ਜਾਂ ਸੁਣਨੀ, ਇਹਨਾਂ ਸਾਰਿਆਂ ਦਾ ਸਿਧਾਂਤ ਇਹੀ ਹੈ ਕਿ ਬਗੈਰ ਭਜਨ ਕੀਤੇ ਛੁਟਕਾਰਾ ਨਹੀਂ ਹੋਣਾ। ਇਹ ਸਾਰੇ ਇਹੋ ਹੀ ਕਹਿੰਦੇ ਹਨ ਕਿ ਨਿਤਨੇਮ ਕਰੋ, ਨਿਤਨੇਮ ਕਰੋ। ਇਹ ਸੁਣ ਅੱਗੋਂ ਬੇਨਤੀ ਕੀਤੀ, ਪਾਤਸ਼ਾਹ ਸਾਡੇ ਨਗਰ ਚਲੋ, ਦਰਸ਼ਨ ਦਿਓ। ਹਜ਼ੂਰ ਬਾਬਾ ਨਾਨਕ ਸਿੰਘ ਜੀ ਨੇ ਕਿਹਾ, ਸਾਨੂੰ ਪਿੰਡ ਲੈ ਜਾ ਕੇ ਕੀ ਕਰੇਗਾ, ਕਿਉਂਕਿ ਅਸੀਂ ਪ੍ਰਚਾਰਕ ਨਹੀਂ ਕਰਦੇ, ਕਥਾ ਕੀਰਤਨ ਨਹੀਂ ਕਰਦੇ, ਅਸਾਂ ਕੀ ਕਰਨਾ ਹੈ? ਕਿਸੇ ਪੜ੍ਹੇ ਲਿਖੇ ਪ੍ਰਚਾਰਕ ਨੂੰ ਲੈ ਜਾ। ਅੱਗੋਂ ਬੇਨਤੀ ਕੀਤੀ, ਪਾਤਸ਼ਾਹ ਸਾਨੂੰ ਰਾਗੀਆਂ ਪ੍ਰਚਾਰਕਾਂ ਢਾਡੀਆਂ ਦੀ ਲੋੜ ਨਹੀਂ ਹੈ, ਇਹਨਾਂ ਨੂੰ ਤਾਂ ਪੈਸਿਆਂ ਨਾਲ ਮੁੱਲ ਖਰੀਦ ਸਕਦੇ ਹਾਂ, ਪਾਤਸ਼ਾਹ ਤੁਹਾਡੀ ਹੀ ਲੋੜ ਹੈ। ਇਹ ਬੇਨਤੀ ਸੁਣ ਹਜ਼ੂਰ ਬਾਬਾ ਨਾਨਕ ਸਿੰਘ ਜੀ ਨੇ ਅੰਤਰ ਧਿਆਨ ਹੋ ਕੇ ਦੇਖਿਆ, ਮਨ ਕਰਕੇ ਬੇਨਤੀ ਕਰ ਰਿਹਾ ਹੈ, ਪਿਛਲੇ ਪੁੰਨ ਬਹੁਤ ਹਨ, ਤਦ ਹੀ ਨਿਰੰਕਾਰ ਨੇ ਇਤਨਾ ਵੱਡਾ ਅਹੁਦਾ ਦਿੱਤਾ ਹੈ। ਮਹਾਂਪੁਰਖ ਜੀਵ ਦੇ ਮਨ ਦੀ ਅਵਸਥਾ ਨੂੰ ਇਉਂ ਬਿਆਨ ਕਰਦੇ ਹਨ, ਦ੍ਰਿਸ਼ਟਾਂਤ ਵਿੱਚ ਇਸ ਦੁਨੀਆ ਵਿੱਚ 4 ਪ੍ਰਕਾਰ ਦੇ ਇਨਸਾਨ ਆਉਂਦੇ ਹਨ। ਇੱਕ ਥੋੜ੍ਹਾ ਪੁਣਾ ਵਾਲਾ, ਦੂਸਰਾ 1 ਨਾਲੋਂ 100 ਗੁਣਾ ਵੱਧ ਪੁਣਾ ਵਾਲਾ, ਤੀਸਰਾ 1000 ਗੁਣਾ ਵੱਧ ਪੁਣਾ ਵਾਲਾ, ਚੌਥਾ 1,00,000 ਗੁਣਾ ਵੱਧ ਪੁਣਾ ਵਾਲਾ। ਇਹਨਾਂ ਦੀ ਅਵਸਥਾ ਦਾ ਇਉਂ ਬਿਆਨ ਕੀਤਾ ਹੈ, ਪਹਿਲੀ ਅਵਸਥਾ ਜਿਸ ਤਰ੍ਹਾਂ ਕੇਲੇ ਦਾ ਫੁੱਲ ਧਰਤੀ ਵੱਲ ਮੁੱਦਾ ਹੁੰਦਾ ਹੈ, ਇਸੇ ਤਰ੍ਹਾਂ ਥੋੜ੍ਹੇ ਪੁਣਾ ਕਰਕੇ ਅੰਦਰ ਵਾਹਿਗੁਰੂ ਦੀ ਜੋਤ ਦਾ ਪ੍ਰਕਾਸ਼ ਨਹੀਂ ਹੁੰਦਾ, ਅਗਿਆਨ ਰੂਪੀ ਅੰਧੇਰਾ ਹੁੰਦਾ ਹੈ।
ਦੂਸਰਾ, ਕੇਲੇ ਦਾ ਫੁੱਲ ਨੀਵਾ ਤੇ ਹਿਰਦੇ ਵਿੱਚ ਖੱਬੇ ਪਾਸੇ ਵੱਲ ਸਿੱਧਾ ਹੁੰਦਾ ਹੈ। ਤੀਸਰਾ, ਕੇਲੇ ਦਾ ਫੁੱਲ ਬਿਲਕੁਲ ਹਿਰਦੇ ਵਿੱਚ ਚਿਹਰੇ ਦੀ ਤਰ੍ਹਾਂ ਸਿੱਧਾ ਅਤੇ ਥੋੜ੍ਹਾ ਥੋੜ੍ਹਾ ਖਿੜਿਆ ਹੁੰਦਾ ਹੈ। ਜਿਵੇਂ ਬੱਦਲਾਂ ਵਿੱਚ ਕੋਈ ਸੂਰਜ ਦੀ ਕਿਰਨ ਪੈਂਦੀ ਹੈ, ਤਿਵੇਂ ਹੀ ਗਿਆਨ ਰੂਪੀ ਫੁੱਲ ਦੇ ਵਿੱਚੋਂ ਪ੍ਰਕਾਸ਼ ਹੁੰਦਾ ਹੈ। ਚੌਥਾ, ਮਹਾਂਪੁਰਖ ਦੇ ਅੰਦਰ ਉਹ ਫੁੱਲ ਪੂਰਾ ਖਿੜਿਆ ਹੁੰਦਾ ਹੈ ਤੇ ਅੰਦਰ ਪ੍ਰਕਾਸ਼ ਹੀ ਪ੍ਰਕਾਸ਼ ਹੁੰਦਾ ਹੈ ਤੇ ਉਸ ਪ੍ਰਕਾਸ਼ ਦੇ ਸਦਕੇ ਨਿਰੰਕਾਰ ਦੇ ਸਭ ਖਜ਼ਾਨੇ ਦਾ ਪਤਾ ਲੱਗ ਜਾਂਦਾ ਹੈ। ਸੋ ਇਹਨਾਂ ਚੌਥਾਂ ਅਵਸਥਾ ਵਿੱਚੋਂ ਸਰਦਾਰ ਹੁਕਮ ਸਿੰਘ ਦੀ ਤੀਸਰੀ ਅਵਸਥਾ ਸੀ। ਸਰਦਾਰ ਦੀ ਇਸ ਅਵਸਥਾ ਨੂੰ ਤੱਕ ਕੇ ਬਾਬਾ ਨੰਦ ਸਿੰਘ ਜੀ ਨੇ ਹੁਕਮ ਦਿੱਤਾ, ਹੁਕਮ ਸਿੰਘਾ, ਫਿਰ ਇਉਂ ਕਰ, ਸਾਨੂੰ ਪਿੰਡ ਲੈ ਜਾਣ ਤੋਂ ਪਹਿਲਾਂ ਇੱਕ ਭੋਰਾ ਤਿਆਰ ਕਰਵਾ ਦੇ ਜੋ ਨਗਰ ਤੋਂ ਬਾਹਰ ਹੋਵੇ। ਇਹ ਪ੍ਰਵਾਨਗੀ ਲੈ ਕੇ ਸਰਦਾਰ ਨੇ ਨੌਕਰ ਨੂੰ ਘੋੜਾ ਦੇ ਕੇ ਪਿੰਡ ਭੇਜ ਦਿੱਤਾ ਤੇ ਆਖਿਆ ਕਿ ਸਕੂਲ ਦੀ ਤਰਫ ਆਪਣੇ ਖੂਹ ਤੇ ਇੱਕ ਭੋਰਾ ਸਾਡੇ ਆਉਣ ਤੋਂ ਪਹਿਲਾਂ ਤਿਆਰ ਕਰਵਾ ਦੇ। ਸਰਦਾਰ ਦੇ ਕਹੇ ਅਨੁਸਾਰ ਭੋਰਾ ਕਾਮਿਆਂ ਨੂੰ ਲੈ ਕੇ ਰਾਤੋਂ ਰਾਤ ਤਿਆਰ ਕਰਵਾ ਦਿੱਤਾ। ਦੂਸਰੇ ਦਿਨ ਬਾਬਾ ਨੰਦ ਸਿੰਘ ਜੀ ਨੂੰ ਆਪਣੇ ਟਾਂਗੇ ਤੇ ਆਸਣ ਲਾ ਕੇ ਅੱਗੇ ਵਾਲੀ ਸੀਟ ਤੇ ਬਿਠਾਇਆ ਤੇ ਆਪ ਪਿੱਛੇ ਦੀ ਸੀਟ ਤੇ ਬੈਠ ਕੇ ਟਾਂਗੇ ਨੂੰ ਚਲਾਣਾ ਕੀਤਾ ਤੇ ਪਿੰਡ ਲੈ ਆਂਦਾ। ਜਦੋਂ ਬਾਬਾ ਨੰਦ ਸਿੰਘ ਜੀ ਨਗਰ ਵਿੱਚ ਪਹੁੰਚੇ, ਅੱਗੋਂ ਸੰਗਤ ਦਾ ਬਹੁਤ ਸਾਰਾ ਇਕੱਠ ਸੀ। ਸਰਦਾਰ ਦਾ ਸਾਰਾ ਪਰਿਵਾਰ ਅਤੇ ਨਗਰ ਨਿਵਾਸੀ ਸੰਗਤ, ਜਿਸ ਨੂੰ ਵੀ ਪਤਾ ਲੱਗਿਆ ਬਾਬਾ ਨੰਦ ਸਿੰਘ ਜੀ ਦੇ ਦਰਸ਼ਨ ਕਰਨ ਆਈਆਂ, ਬਾਬਾ ਨੰਦ ਸਿੰਘ ਜੀ ਦੇ ਅੱਗੇ ਤਿਲ ਫੁੱਲ ਜੋ ਵੀ ਭੇਟਾ ਕੀਤੀ, ਹਜੂਰ ਬਾਬਾ ਨੰਦ ਸਿੰਘ ਜੀ ਨੇ ਹੁਕਮ ਦਿੱਤਾ, ਇਸ ਨੂੰ ਵਰਤਾ ਦੇਹੋ। ਹੁਕਮ ਅਨੁਸਾਰ ਪ੍ਰਸ਼ਾਦ ਵਰਤ ਗਿਆ। ਬਾਬਾ ਨੰਦ ਸਿੰਘ ਜੀ ਨੇ ਸਭ ਸੰਗਤ ਨੂੰ ਹੁਕਮ ਦਿੱਤਾ, ਗੁਰਮੁਖੋ, ਅੰਮ੍ਰਿਤ ਵੇਲੇ ਉਠੋ, ਇਸ਼ਨਾਨ ਕਰ, ਨਾਮ ਜਪਿਆ ਕਰੋ। ਇਹ ਉਪਦੇਸ਼ ਦੇ ਕੇ ਸੰਗਤ ਨੂੰ ਆਗਿਆ ਦਿੱਤੀ। ਬਾਬਾ ਨੰਦ ਸਿੰਘ ਜੀ ਨੂੰ ਬਾਹਰ ਭੋਰੇ ਵਿੱਚ ਲੈ ਆਂਦਾ, ਜੋ ਕਿ ਰਾਤ ਹੀ ਤਿਆਰ ਕਰਾਇਆ ਸੀ। ਹਜੂਰ ਬਾਬਾ ਨੰਦ ਸਿੰਘ ਜੀ ਦੇਖ ਕੇ ਬੜੇ ਪ੍ਰਸੰਨ ਹੋਏ। ਟਾਂਗੇ ਤੋਂ ਉਤਰ ਕੇ ਭੋਰੇ ਵਿੱਚ ਚਰਨ ਪਾਏ ਤੇ ਜੋ ਹੋਰ ਕੁਝ ਬਣਵਾਉਣਾ ਸੀ ਹੁਕਮ ਦੇ ਕੇ ਬਣਵਾ ਲਿੱਤਾ ਤੇ 2-3 ਦਿਨ ਬਾਅਦ ਵਿੱਚ 60 ਦਿਨਾਂ ਦਾ ਚਿਲਾ ਆਰੰਭ ਕਰ ਲਿੱਤਾ। ਚਿਲੇ ਵਿੱਚ ਬਾਬਾ ਨੰਦ ਸਿੰਘ ਜੀ ਤਕਰੀਬਨ ਤੋਲਾ ਕੁ ਹੀ ਅੰਨ ਛਕਦੇ ਸੀ, ਕਿਉਂਕਿ ਪ੍ਰਸ਼ਾਦਾ ਛੱਡਣਾ ਗੁਰਮਤ ਤੋਂ ਉਲਟ ਹੈ। ਇਸ ਕਾਰਨ ਪ੍ਰਸ਼ਾਦ ਜ਼ਰੂਰ ਛਕਦੇ ਸਨ, ਪਰ ਨਾਲ ਅਭਿਆਸ ਵਿੱਚ ਮੱਖਣ ਦਾ ਪੇੜਾ ਸੀਸ ਪਰ ਰੱਖਦੇ ਸੀ। ਜਦੋਂ ਸਰੀਰ ਵਿੱਚ ਜਜ਼ਬ ਹੋ ਜਾਏ ਫਿਰ ਹੋਰ ਰੱਖ ਲੈਣਾ। ਮੱਖਣ ਅਤੇ ਪ੍ਰਸ਼ਾਦਾ ਲਿਆਉਣ ਦੀ ਸੇਵਾ ਸਰਦਾਰ ਦਾਤਾਰ ਸਿੰਘ ਦੇ ਜਿੰਮੇ ਕਰ ਦਿੱਤੀ, ਕਿਉਂਕਿ ਇਹ ਉਸ ਸਕੂਲ ਵਿੱਚ ਪੜ੍ਹਦੇ ਸੀ ਤੇ ਬਾਬਾ ਨੰਦ ਸਿੰਘ ਜੀ ਦਾ ਭੋਰਾ ਵੀ ਉਸੇ ਪਾਸ ਸੀ। ਇਸ ਕਾਰਨ ਇਹ ਸੇਵਾ ਦਾਤਾਰ ਸਿੰਘ ਦੇ ਹਿੱਸੇ ਵਿੱਚ ਆਈ। 5 ਦਫਾ ਮੱਖਣ ਦਾ ਪੇੜਾ ਮਿੱਟੀ ਦੇ ਬਰਤਨ ਵਿੱਚ ਪਾ ਕੇ ਹਜੂਰ ਬਾਬਾ ਨੰਦ ਸਿੰਘ ਜੀ ਦੇ ਚਰਨਾਂ ਵਿੱਚ ਪਹੁੰਚਿਆ ਕਰਦੇ ਹਨ। ਟਾਈਮ ਬਾਬਾ ਨੰਦ ਸਿੰਘ ਜੀ ਨੇ ਸਮਝਾ ਦਿੱਤਾ ਸੀ। ਸੂਰਜ ਚੜ੍ਹਨ ਤੇ ਤੋਂ ਡੁੱਬਣ ਤੱਕ ਮੱਖਣ ਰੱਖਦੇ ਸੀ। ਸੇਵਾ ਤੇ ਪੜ੍ਹਾਈ ਦਾ ਮੌਕਾ ਦੋਨੋਂ ਇਕੱਠੇ ਹੀ ਬਣ ਗਿਆ। ਸੋ ਇਸ ਤਰ੍ਹਾਂ ਬਾਬਾ ਨੰਦ ਸਿੰਘ ਜੀ ਨੇ 2 ਮਹੀਨੇ ਇਸ ਨਗਰ ਮਾਛੀ ਸਿੰਘ ਨੂੰ ਦੇ ਕੇ ਤਿਆਰੀ ਕਰ ਲਿੱਤੀ। ਬਾਬਾ ਨੰਦ ਸਿੰਘ ਜੀ ਨੇ ਇੱਕ ਅੰਬ ਦਾ ਪ੍ਰਸ਼ਾਦ ਸਰਦਾਰ ਦਾਤਾਰ ਸਿੰਘ ਨੂੰ ਦਿੱਤਾ ਅਤੇ ਆਖਿਆ, ਕਾਕਾ, ਇਹ ਪ੍ਰਸ਼ਾਦ ਤਾਂ ਜਾ ਕੇ ਵੰਡ ਕੇ ਛਕੀ। ਸਤ ਬਚਨ ਕਰ ਘਰ ਚਲਾ ਗਿਆ। ਸਾਰੇ ਪਰਿਵਾਰ ਨੇ ਵੰਡ ਕੇ ਪ੍ਰਸ਼ਾਦ ਛਕਿਆ। ਇਸ ਅੰਬ ਵਿੱਚ ਐਸਾ ਆਨੰਦ ਆਇਆ ਜੋ ਕਹਿਣ ਸੁਣਨ ਤੋਂ ਬਾਹਰ ਹੈ। ਸੋ ਇਸੇ ਤਰ੍ਹਾਂ ਜਿਨ੍ਹਾਂ ਨੇ ਪ੍ਰਸ਼ਾਦ ਛਕਿਆ ਉਹ ਹੁਣ ਤੱਕ ਯਾਦ ਕਰਦੇ ਹਨ ਕਿ ਕਿਆ ਅਨੋਖਾ ਸਵਾਦ ਸੀ। ਸੋ ਦੂਸਰੇ ਦਿਨ ਸਰਦਾਰ ਹੁਕਮ ਸਿੰਘ ਜੀ ਦਰਸ਼ਨ ਕਰਨ ਵਾਸਤੇ ਪਹੁੰਚੇ। ਯਥਾ ਸ਼ਕਤ ਪ੍ਰਸ਼ਾਦ ਅੱਗੇ ਰੱਖਿਆ, ਕਿਉਂਕਿ ਬਾਬਾ ਨੰਦ ਸਿੰਘ ਜੀ ਦੇ 2 ਮਹੀਨੇ ਬਾਅਦ ਛਿਲਾ ਸੰਪੂਰਨ ਕਰਨ ਪਿੱਛੋਂ ਅੱਜ ਦਰਸ਼ਨ ਹੋਏ। ਸੋ ਬਾਬਾ ਨੰਦ ਸਿੰਘ ਜੀ ਨੇ ਹੁਕਮ ਕੀਤਾ, ਸਰਦਾਰ ਜੀ ਹੁਣ ਜਾਣਾ ਹੈ, ਸਾਡੀ ਤਿਆਰੀ ਹੈ। ਅੱਗੋਂ ਬੇਨਤੀ ਕੀਤੀ, ਪਾਤਸ਼ਾਹ ਫਿਰ ਕਦੋਂ ਦਰਸ਼ਨ ਹੋਣਗੇ? ਮੈਂ ਤਾਂ ਕੰਦੀ ਦਾ ਬਟੂੜਾ ਹਾਂ, ਖਬਰੇ ਕਦੋਂ ਮੌਤ ਦੀ ਛਲ ਆਵੇ ਤੇ ਲੈ ਕੇ ਚਲੀ ਜਾਏ। ਇਹ ਨਿਮਰਤਾ ਦੀ ਬੇਨਤੀ ਸੁਣ ਕੇ ਹਜੂਰ ਬਾਬਾ ਨੰਦ ਸਿੰਘ ਜੀ ਨੇ ਬਚਨ ਕੀਤਾ, ਗੁਰਮੁਖਾਂ, ਅੰਤ ਵੇਲੇ ਤੈਨੂੰ ਸੰਭਾਲਾਂਗੇ। ਹੱਥ ਜੋੜ ਅੱਗੋਂ ਬੇਨਤੀ ਕੀਤੀ, ਗਰੀਬ ਨਿਵਾਜ, ਇਹ ਤੁਹਾਡੀ ਬਖਸ਼ਿਸ਼ ਹੈ। ਇਹ ਵਰ ਲੈ ਕੇ ਸਰਦਾਰ ਨੇ ਬੇਨਤੀ ਕੀਤੀ, ਪਾਤਸ਼ਾਹ, ਮੇਰਾ ਚਿੱਤ ਕਰਦਾ ਹੈ ਇਹ ਪਰਿਵਾਰ ਵੀ ਤੁਹਾਡੀ ਸੇਵਾ ਵਿੱਚ ਅੱਗੇ ਤੇ ਤੁਹਾਡੀ ਛਤਰ ਛਾਇਆ ਵਿੱਚ ਜ਼ਿੰਦਗੀ ਬਤੀਤ ਕਰੇ। ਹਜੂਰ ਬਾਬਾ ਨੰਦ ਸਿੰਘ ਜੀ ਨੇ ਬਚਨ ਕੀਤਾ, ਸਰਦਾਰ,
ਤੁਹਾਡੇ ਪੁੱਤਰ ਦਾਤਾਰ ਸਿੰਘ ਨੇ ਬੜੀ ਸੇਵਾ ਕੀਤੀ ਹੈ। ਇਸ ਦੁਨੀਆ ਵਿੱਚ ਸਰਕਾਰੇ ਦਰਬਾਰੇ ਬੜਾ ਅਹੁਦਾ ਪ੍ਰਾਪਤ ਕਰੇਗਾ। ਸੇਵਾ ਕਰਕੇ ਸਾਨੂੰ ਪ੍ਰਸੰਨ ਕੀਤਾ ਹੈ, ਇਸ ਦੀ ਸੇਵਾ ਨੂੰ ਫਲ ਲੱਗੇਗਾ। ਅੱਗੋਂ ਬੇਨਤੀ ਕੀਤੀ, ਪਾਤਸ਼ਾਹ ਬਾਹਾਂ ਫੜੀ ਦੀ ਲਾਜ ਰੱਖਣੀ, ਭਾਵ ਬਾਬਾ ਨੰਦ ਸਿੰਘ ਜੀ ਜਿੱਤੇ ਇਹ ਮਿਹਰ ਕੀਤੀ ਹੈ ਉੱਥੇ ਆਪਣੀ ਚਰਨਾਂ ਨਾਲ ਜੋੜੀ ਰੱਖਣਾ। ਇਹ ਬੇਨਤੀ ਸੁਣ ਹਜੂਰ ਬਾਬਾ ਨੰਦ ਸਿੰਘ ਜੀ ਮੁਸਕਰਾ ਪਏ ਤੇ ਬਚਨ ਕੀਤਾ, ਨਿਰੰਕਾਰ ਭਲੀ ਕਰੇਗਾ। ਇਹ ਵਰ ਲੈ ਕੇ ਸਰਦਾਰ ਘਰ ਚਲਾ ਗਿਆ। ਬਾਬਾ ਨੰਦ ਸਿੰਘ ਜੀ ਬੱਦਲ ਚਾਲ ਹੋਰ ਦੇਸ਼ ਵਿੱਚ ਵਸਣ ਵਾਸਤੇ ਤਿਆਰ ਹੋ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।